ਲਓ ਜੀ, ਪੇਸ਼ ਹੈ ਜਲੰਧਰ ਬਾਈਪਾਸ ਦੀ ਕਹਾਣੀ ਬਰਸਾਤ ਐਪੀਸੋਡ 8। ਹੁਣ ਤੱਕ ਤੁਸੀਂ ਸੁਣਿਆ ਕਿ ਗੁਜਰਾਤ ਦੀ ਇੱਕ ਮੁਟਿਆਰ ਗੀਤਾ ਆਪਣੇ ਮਾਤਾ ਪਿਤਾ ਨਾਲ ਪੰਜਾਬ ਘੁੰਮਣ ਆਉਂਦੀ ਹੈ। ਇੱਥੇ ਪੰਜਾਬ ਦੇ ਇੱਕ ਟੈਕਸੀ ਡਰਾਈਵਰ ਦਿਲਰਾਜ ਨਾਲ ਉਸ ਦੀ ਬਹੁਤ ਨੇੜਤਾ ਹੋ ਜਾਂਦੀ ਹੈ। ਪੰਜਾਬ ਤੇ ਹਿਮਾਚਲ ਘੁੰਮਦਿਆਂ ਮੁਹੱਬਤ ਗਹਿਰੀ ਹੁੰਦੀ ਜਾਂਦੀ ਹੈ। ਆਖਰ ਗੀਤਾ ਆਪਣੇ ਰਾਜ ਗੁਜਰਾਤ ਵਾਪਸ ਚਲੀ ਜਾਂਦੀ ਹੈ। ਚਿੱਠੀਆਂ ਰਾਹੀਂ ਪਿਆਰ ਦੀ ਕਹਾਣੀ ਅੱਗੇ ਤੁਰਦੀ ਹੈ, ਪਰ ਜਲਦ ਹੀ ਇਹ ਤੰਦ ਟੁੱਟ ਜਾਂਦੀ ਹੈ। ਮਾਪੇ ਉਸ ਦਾ ਵਿਆਹ ਇੱਕ ਪੇਂਡੂ ਗੁਜਰਾਤੀ ਰਈਸ ਨਾਲ ਕਰ ਦਿੰਦੇ ਹਨ। ਜਦ ਦਿਲਰਾਜ ਨੂੰ ਖਬਰ ਹੁੰਦੀ ਹੈ ਤਾਂ ਉਹ ਸਭ ਕੁਝ ਛੱਡ ਗੁਜਰਾਤ ਪਹੁੰਚ ਜਾਂਦਾ ਹੈ। ਉੱਥੇ ਗੀਤਾ ਦੇ ਸਹੁਰੇ ਪਿੰਡ ਦੇ ਕੋਲ ਇੱਕ ਮੰਦਰ ਵਿੱਚ ਬਾਬੇ ਕੋਲ ਸ਼ਰਨ ਲੈਂਦਾ ਹੈ। ਹੁਣ ਇਸ ਤੋਂ ਅੱਗੇ कोई नहीं बाबा जी, अचार के साथ तो रोटी स्वाद ही बहुत लगती है। मुझे तो बचपन से पसंद है। ਥੱਕਿਆ ਹਾਰਿਆ ਦਿਲਰਾਜ ਗੀਤਾ ਦੀਆਂ ਯਾਦਾਂ ਵਿੱਚ ਤਾਰੀ ਲਾਉਂਦਾ ਇਵੇਂ ਹੀ ਸੌਂ ਗਿਆ। ਤੜਕੇ ਓਮ ਸ਼ਬਦ ਦੀ ਮਧੁਰ ਧੁਨੀ ਨਾਲ ਉਸ ਦੀ ਅੱਖ ਖੁੱਲੀ। ਉਸ ਨੇ ਬਾਬੇ ਦਾ ਆਸਣ ਦੇਖਿਆ ਜੋ ਖਾਲੀ ਸੀ। ਉਹ ਉੱਠ ਕੇ ਬਾਹਰ ਆਇਆ। ਅਜੇ ਮੂੰਹ ਹਨੇਰਾ ਸੀ। ਥੋੜ੍ਹੀ ਥੋੜ੍ਹੀ ਰੋਸ਼ਨੀ ਫਿਜ਼ਾ ਵਿੱਚ ਘੁਲਣ ਲੱਗੀ ਸੀ। ਓਮ ਸ਼ਬਦ ਦੀ ਧੁਨੀ ਮੰਦਰ ਵਿੱਚੋਂ ਆ ਰਹੀ ਸੀ। ਉਸ ਨੇ ਨੇੜੇ ਹੋ ਕੇ ਦੇਖਿਆ, ਬਾਬਾ ਅੱਖਾਂ ਮੀਟ ਸਮਾਧੀ ਲਾਈ ਬੈਠਾ ਸੀ। ਅੰਦਰ ਕੋਈ ਮੂਰਤੀ ਨਹੀਂ ਸੀ, ਸਿਰਫ ਇੱਕ ਥੜਾ ਸੀ ਜਿਸ ਤੇ ਬਾਬਾ ਬੈਠਾ ਸੀ ਅਤੇ ਓਮ ਉਚਾਰ ਰਿਹਾ ਸੀ। ਉਸ ਦੇ ਬੋਲਣ ਨਾਲ ਸਾਰਾ ਮੰਦਰ ਨਾਲ ਗੂੰਜ ਰਿਹਾ ਸੀ ਤੇ ਇਹੀ ਗੂੰਜ ਦੂਰ ਦੂਰ ਸੁਣਾਈ ਦੇ ਰਹੀ ਸੀ। ਉਸ ਨੇ ਬਾਹਰ ਖੜੇ ਨੇ ਹੀ ਜ਼ਮੀਨ ਨੂੰ ਹੱਥ ਲਾ ਕੇ ਮੱਥਾ ਟੇਕਿਆ ਅਤੇ ਵਾਪਸ ਕਮਰੇ ਵਿੱਚ ਆ ਗਿਆ। ਗੇਰੂਏ ਰੰਗ ਦੀ ਚਾਦਰ ਜੋ ਉਸ ਨੇ ਰਾਤ ਨੂੰ ਉੱਪਰ ਲਈ ਸੀ ਇਕੱਠੀ ਕਰ ਚੁੱਕ ਲਈ ਅਤੇ ਨਲਕੇ ਕੋਲ ਆ ਗਿਆ। ਕਈ ਦਿਨ ਦੇ ਤਾਂ ਉਸ ਨੇ ਇੱਕੋ ਕੱਪੜੇ ਪਾਏ ਹੋਏ ਸਨ, ਜਿਸ ਨਾਲ ਉਸ ਨੂੰ ਘੋਲ ਜਿਹੀ ਆ ਰਹੀ ਸੀ ਅਤੇ ਨਹਾਉਣ ਨੂੰ ਦਿਲ ਕਰ ਰਿਹਾ ਸੀ। ਉਸ ਨੇ ਕੱਪੜੇ ਉਤਾਰ ਇੱਕ ਪਾਸੇ ਰੱਖ ਦਿੱਤੇ ਅਤੇ ਬੈਠ ਕੇ ਨਹਾਉਣ ਲੱਗ ਪਿਆ। ਨਹਾ ਕੇ ਉਸ ਨੇ ਗੇਰੂਏ ਚਾਦਰ ਦੀ ਬੁੱਕਲ ਮਾਰ ਲਈ ਅਤੇ ਵਾਪਸ ਆਉਣ ਲੱਗਾ ਹੀ ਸੀ ਕਿ ਉਸੇ ਵਕਤ ਦੋ ਔਰਤਾਂ ਉੱਤੇ ਆਣ ਪਹੁੰਚੀਆਂ। ਉਹ ਦਿਲਰਾਜ ਨੂੰ ਭਗਵੀਂ ਚਾਦਰ ਵਿੱਚ ਕੋਈ ਸੰਤ ਸਮਝ ਕੇ ਪੈਰੀ ਹੱਥ ਲਾਉਣ ਲੱਗੀਆਂ। ਦਿਲਰਾਜ ਨੂੰ ਕੁਝ ਸਮਝ ਨਾ ਆਈ। ਉਹ ਦੌੜ ਕੇ ਕਮਰੇ ਵਿੱਚ ਆ ਗਿਆ। ਔਰਤਾਂ ਅੱਗੇ ਮੰਦਰ ਵੱਲ ਚਲੀਆਂ ਗਈਆਂ। ਦਿਲਰਾਜ ਉਸੇ ਤਰ੍ਹਾਂ ਆਣ ਮੰਜੇ ਤੇ ਬੈਠ ਗਿਆ। ਉਹ ਸੋਚਣ ਲੱਗਾ ਕਿ ਇਹ ਪਿੰਡਾਂ ਦੇ ਲੋਕ ਕਿੰਨੇ ਭੋਲੇ ਹਨ ਜੋ ਸਿਰਫ ਬਾਬੇ ਦੇ ਡੇਰੇ ਵਿੱਚ ਆਏ ਮੇਰੇ ਵਰਗੇ ਪਾਪੀ ਨੂੰ ਵੀ ਸੰਤ ਸਮਝ ਬੈਠੇ। ਉਸ ਦਾ ਜੀ ਕੀਤਾ ਕਿ ਤੁਰੰਤ ਇੱਥੋਂ ਚਲਾ ਜਾਵੇ, ਪਰ ਉਹ ਜਾਵੇ ਤਾਂ ਜਾਵੇ ਕਿੱਥੇ? ਇਸ ਬਾਬੇ ਵਿੱਚ ਉਸ ਨੂੰ ਕੁਝ ਆਪਣਾਪਣ ਮਹਿਸੂਸ ਹੋਇਆ ਸੀ। ਇਹਨਾਂ ਅਜਨਬੀ ਲੋਕਾਂ ਵਿੱਚ ਇੱਕ ਬਾਬਾ ਹੀ ਹੈ ਜੋ ਮੇਰੇ ਬਾਰੇ ਸਭ ਕੁਝ ਜਾਣਦਾ ਵੀ ਹੈ ਅਤੇ ਮਦਦ ਵੀ ਕਰ ਸਕਦਾ ਹੈ ਅਤੇ ਇੱਥੇ ਕੁਝ ਦਿਨ ਰਿਹਾ ਵੀ ਜਾ ਸਕਦਾ ਹੈ। ਆਖਰ ਉਸ ਨੇ ਮਨ ਹੀ ਮਨ ਇੱਥੇ ਰਹਿਣ ਦਾ ਫੈਸਲਾ ਕੀਤਾ। ਆਪਣੇ ਮੈਲੇ ਕੱਪੜੇ ਪਾਸੇ ਰੱਖ ਬੈਗ ਵਿੱਚੋਂ ਕੁੜਤਾ ਪਜਾਮਾ ਕੱਢ ਪਹਿਨ ਲਿਆ। ਬਾਬੇ ਦਾ ਓਮ ਸ਼ਬਦ ਦਾ ਉਚਾਰਨ ਬੰਦ ਹੋ ਗਿਆ ਸੀ। ਦਿਨ ਚੜ੍ਹ ਗਿਆ ਸੀ। ਬਾਹਰ ਕੁਝ ਲੋਕ ਹੋਰ ਵੀ ਆਏ ਹੋਏ ਸਨ, ਪਰ ਉਹ ਅੰਦਰੇ ਹੀ ਰਿਹਾ। ਥੋੜ੍ਹੀ ਦੇਰ ਬਾਅਦ ਬਾਬਾ ਅੰਦਰ ਆ ਗਿਆ। ਉੱਠ ਗਏ ਬੇਟਾ? ਬਾਬੇ ਨੇ ਆਉਂਦਿਆਂ ਹੀ ਪੁੱਛਿਆ। ਦਿਲਰਾਜ ਨੇ ਹਾਂ ਵਿੱਚ ਸਿਰ ਹਿਲਾਇਆ। ਔਰਤਾਂ ਚਾਹ ਲੈ ਕੇ ਆਈਆਂ ਤਾਂ ਬਾਬੇ ਨੇ ਦਿਲਰਾਜ ਦਾ ਆਪਣਾ ਬੇਟਾ ਕਹਿ ਕੇ ਪਰਿਚੈ ਦਿੱਤਾ। ਔਰਤਾਂ ਨੇ ਫਿਰ ਪੈਰ ਛੂਹਣ ਦੀ ਕੋਸ਼ਿਸ਼ ਕੀਤੀ, ਪਰ ਦਿਲਰਾਜ ਨੇ ਪੈਰ ਮੰਜੇ ਤੇ ਕਰ ਚੌਂਕੜੀ ਮਾਰ ਲਈ। ਉਹ ਦੂਰੋਂ ਨਮਸਕਾਰ ਕਰਕੇ ਬਾਹਰ ਚਲੀਆਂ ਗਈਆਂ। ਦਿਲਰਾਜ ਨੇ ਉਹਨਾਂ ਦੇ ਜਾਣ ਤੋਂ ਬਾਅਦ ਤੁਰੰਤ ਬਾਬੇ ਨੂੰ ਪੁੱਛਿਆ ਕਿ ਇਹ ਵਾਰ-ਵਾਰ ਮੇਰੇ ਪੈਰ ਕਿਉਂ ਛੂੰਹਦੀਆਂ?
ਤਾਂ ਬਾਬਾ ਹੱਸ ਕੇ ਬੋਲਿਆ, ਤੁਮ ਮੇਰੇ ਬੇਟੇ ਹੋ ਨਾ, ਇਸ ਲਈ। ਬਾਬਾ ਠਹਾਕਾ ਲਗਾ ਕੇ ਹੱਸ ਪਿਆ। दिलराज खामोश हो गया। मैं गांव की तरफ जा रहा हूं राजा बेटा, तुम यहाँ रुकोगे या मेरे साथ चलना पसंद करोगे? बाबे ने थोड़ी देर बाद चिमटा ते पोटली चुकद्या दिलराज नूं पुछया। दिलराज उठ के खड़ा हुंदियां बोलिया, बाबा जी आपके साथ ही जाना है, मैं इत्थे रह कर क्या करूँगा? ਤੇ ਉਹ ਨਾਲ ਹੀ ਤੁਰਦਾ ਬੋਲਿਆ, ਲਿਆਓ ਬਾਬਾ ਜੀ ਆਪਣਾ ਸਮਾਨ ਮੁਝ ਕੋ ਫੜਾ ਦਿਓ। ਬਾਬੇ ਨੇ ਪੋਟਲੀ ਗਲ ਚੋਂ ਲਾ ਦਿਲਰਾਜ ਦੇ ਗਲ ਪਾ ਦਿੱਤੀ ਅਤੇ ਚਿਮਟਾ ਵੀ ਉਸ ਨੂੰ ਹੀ ਫੜਾ ਦਿੱਤਾ। ਚਿੱਟੇ ਕਮੀਜ਼ ਪਜਾਮੇ ਵਿੱਚ ਉਹ ਸ਼ੈਲ ਸ਼ਬੀਲਾ ਪੰਜਾਬ ਦਾ ਗੱਭਰੂ ਬਾਬੇ ਦੇ ਨਾਲ ਤੁਰਦਾ ਸੱਚਮੁੱਚ ਬਾਬੇ ਦਾ ਕੋਈ ਚੇਲਾ ਹੀ ਲੱਗ ਰਿਹਾ ਸੀ। ਉਸ ਨੇ ਆਲੇ ਦੁਆਲੇ ਦਾ ਸੁੱਕਾ ਸੁੱਕਾ ਵਾਤਾਵਰਨ ਦੇਖ ਕੇ ਬਾਬੇ ਨੂੰ ਪੁੱਛਿਆ, ਬਾਬਾ ਜੀ ਇੱਥੇ ਦੀਆਂ ਫਸਲਾਂ ਤਾਂ ਇੱਕ ਪਾਸੇ, ਦਰਖਤ ਵੀ ਸਾਰੇ ਸੁੱਕੇ ਕੁੰਮਲਾਏ ਹਨ, ਇਹ ਕੀ ਚੱਕਰ ਹੈ? ਬਾਬੇ ਨੇ ਤੁਰੇ ਜਾਂਦਿਆਂ ਗੰਭੀਰ ਹੁੰਦਿਆਂ ਜਵਾਬ ਦਿੱਤਾ, क्या बताएं बेटा, यहाँ पिछले वर्ष से बारिश की एक बूंद तक नहीं पड़ी, सिंचाई का और कोई साधन नहीं है, कुएं तक सूख गए हैं, अब तो जानवर भी मरने लगे हैं। आसपास के गांव के लोग जो खेती और फसलों पर निर्भर हैं, पिछली फसल ना होने के कारण और अब की बार भी बुआई ना होने के कारण लोगों में भूखमरी शुरू हो गई है। काल पड़ गया है बेटा, यहाँ काल। बाबा निराशा विच सिर मारदा तुरिया जा रहा सी। पर बाबा जी ऐतकी तो बरसातें अभी आने वाली हैं, शायद रब मेहर कर ही दे। दिलराज बाबे विच गहरी दिलचस्पी लैंदा बोलिया, राजा बेटा यह तो ऊपर वाले की मर्जी है। हाँ, अगर इस बार भी बरसात ना हुई तो इंसान भी मरने शुरू हो जाएंगे, कुछ नहीं बचेगा। दोवें गल्लां करदे पिंड पुज गए। जो भी मिलदा बाबे दे पैरां विच मत्था टेकदा। बाबा सब दे सिर ते हत्थ रख असीसां दे रिहा सी। ਅੱਗੇ ਗਏ ਤਾਂ ਇੱਕ ਘਰ ਦੀ ਸਰਦਲ ਤੇ ਇੱਕ ਅਧਖੜ ਔਰਤ ਬੈਠੀ ਰੋ ਰਹੀ ਸੀ। ਪੁੱਛਣ ਤੇ ਪਤਾ ਲੱਗਾ ਕਿ ਇਹਨਾਂ ਦੀ ਇੱਕੋ ਇੱਕ ਗਾਂ ਮਰ ਗਈ ਹੈ, ਜਿਸ ਦੇ ਦੁੱਧ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ। ਬਾਬਾ ਕੋਲ ਗਿਆ ਤਾਂ ਔਰਤ ਧਾਹਾਂ ਮਾਰਦੀ ਬਾਬੇ ਦੇ ਪੈਰਾਂ ਤੇ ਡਿੱਗਦੀ ਬੋਲੀ, ਅਰੇ स्वामी जी महाराज, आप ही कुछ कीजिए वरना हम लोगों के पास कुछ नहीं बचेगा। ਬਾਬੇ ਨੇ ਉਹਦਾ ਦੁੱਖ ਵੰਡਾਇਆ ਅਤੇ ਅੱਗੇ ਚੱਲ ਪਿਆ। ਇੱਕ ਦੋ ਘਰ ਵਿੱਚ ਗਏ ਜਿੱਥੇ ਉਹਨਾਂ ਨੂੰ ਖਾਣਾ ਖਵਾਇਆ ਗਿਆ। ਬਾਬੇ ਦੇ ਨਾਲ ਦਿਲਰਾਜ ਦੀ ਵੀ ਕਾਫੀ ਪੁੱਛਗਿੱਛ ਸੀ। ਉਹ ਮਨ ਹੀ ਮਨ ਸੋਚ ਰਿਹਾ ਸੀ ਕਿ ਜੇਕਰ ਉਹ ਉਸ ਤਰ੍ਹਾਂ ਹੀ ਆਉਂਦਾ ਤਾਂ ਕਿਸੇ ਨੇ ਪੁੱਛਣਾ ਤੱਕ ਨਹੀਂ ਸੀ। ਪਰ ਬਾਬਾ ਤਾਂ ਮਾਨੋ ਉਸ ਲਈ ਰੱਬ ਬਣ ਮਿਲਿਆ ਸੀ। ਪਰ ਜਿਸ ਲਈ ਉਹ ਆਇਆ ਸੀ ਉਸ ਦਾ ਹਾਲੇ ਨਾਮੋ ਨਿਸ਼ਾਨ ਵੀ ਕਿਧਰੇ ਦਿਸਦਾ ਪ੍ਰਤੀਤ ਨਹੀਂ ਹੋ ਰਿਹਾ ਸੀ। ਉਸ ਨੇ ਬਾਬੇ ਕੋਲ ਆਪਣੇ ਮਨ ਦੀ ਗੱਲ ਕਹੀ। ਬਾਬੇ ਨੇ ਸ਼ਾਮ ਤੱਕ ਗੀਤਾ ਦੇ ਪਿੰਡ ਵੱਲ ਗੇੜਾ ਮਾਰਨ ਬਾਰੇ ਕਿਹਾ। ਉਹ ਵਾਪਸ ਆ ਗਏ। ਦੁਪਹਿਰਾ ਆਰਾਮ ਕੀਤਾ ਅਤੇ ਦਿਨ ਢਲਣ ਤੋਂ ਬਾਅਦ ਉਹ ਦੂਸਰੇ ਪਿੰਡ ਵੱਲ ਤੁਰ ਪਏ। ਇਸ ਪਿੰਡ ਵਿੱਚ ਵੀ ਦੋਵਾਂ ਦੀ ਬਹੁਤ ਆਓ ਭਗਤ ਹੋਈ। ਪਿੰਡੋਂ ਬਾਹਰ ਬਾਬੇ ਨੇ ਗੀਤਾ ਦੇ ਸਹੁਰਿਆਂ ਦੀ ਹਵੇਲੀ ਦਿਖਾਈ, ਜੋ ਕਾਫੀ ਵੱਡੀ ਅਤੇ ਕਈ ਖੇਤਾਂ ਵਿੱਚ ਫੈਲੀ ਹੋਈ ਸੀ। ਉੱਧਰ ਜਾਣ ਦੀ ਹਰ ਇੱਕ ਨੂੰ ਮਨਾਹੀ ਸੀ। ਉੱਚੀ ਉੱਚੀ ਚਾਰ ਦੀਵਾਰੀ ਸੀ ਅਤੇ ਸਿਕਿਉਰਿਟੀ ਦਾ ਵੀ ਕਾਫੀ ਇੰਤਜ਼ਾਮ ਸੀ। इस तरह तो बाबा जी मैं जिसको मिलने आया हूँ उससे मिलना तो क्या देख भी नहीं सकता। दिलराज ने मायूस ਹੁੰਦਿਆਂ ਅਤੇ ਹਵੇਲੀ ਵੱਲ ਗੌਰ ਨਾਲ ਤੱਕਦਿਆਂ ਕਿਹਾ। ਬਾਬੇ ਨੇ ਦਿਲਰਾਜ ਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ,
ऊपर वाले पे भरोसा रखो राजा बेटा, वो सबकी सुनता है तुम्हारी भी सुनेगा। चलो अब। ਉਹ ਦਿਲਰਾਜ ਨੂੰ ਲੈ ਕੇ ਅੱਗੇ ਚੱਲ ਪਿਆ। ਪਿੰਡ ਵਿੱਚ ਇੱਕ ਘਰ ਉਹਨਾਂ ਖਾਣਾ ਖਾਧਾ ਅਤੇ ਹਨੇਰਾ ਹੁੰਦੇ ਤੱਕ ਉਹ ਡੇਰੇ ਤੇ ਪਹੁੰਚ ਗਏ। ਦੂਸਰੇ ਦਿਨ ਜਾਪ ਤੋਂ ਵਿਹਲਾ ਹੋ ਕੇ ਬਾਬਾ ਜਦੋਂ ਦਿਲਰਾਜ ਕੋਲ ਬੈਠਾ ਤਾਂ ਦਿਲਰਾਜ ਹੰਝੂਆਂ ਤੇ ਗਮ ਵਿੱਚ ਗੋਤੇ ਲਾ ਰਿਹਾ ਸੀ। ਬਾਬੇ ਨੇ ਉਸ ਨੂੰ ਮਸਾਂ ਹੀ ਚੁੱਪ ਕਰਾਇਆ ਅਤੇ ਕਲਾਵੇ ਵਿੱਚ ਲੈਂਦਿਆਂ ਕਿਹਾ, राजा बेटा, अगर उसे देखना चाहते हो और मिलना चाहते हो तो संघर्ष करना पड़ेगा। मेरी मानो तो अपने कपड़े उतारो और मेरे जैसे धारण कर लो, इसी में तुम्हारा कल्याण होगा बेटा। ਦਿਲਰਾਜ ਗੰਭੀਰ ਹੋਇਆ ਬੈਠਾ ਬਾਬੇ ਦੀਆਂ ਮਰਹਮ ਵਰਗੀਆਂ ਗੱਲਾਂ ਸੁਣ ਰਿਹਾ ਸੀ। ਉਸ ਨੇ ਸੋਚਿਆ ਕਿ ਉਹ ਤਾਂ ਆਮ ਪਾਪੀ ਆਦਮੀ ਹੈ, ਇਹ ਬਾਬੇ ਵਰਗੇ ਕੱਪੜੇ ਉਹ ਕਿਵੇਂ ਪਾ ਸਕਦਾ ਹੈ। ਫਿਰ ਉਸ ਨੂੰ ਆਪਣੇ ਪਿੰਡ ਦਾ ਖਿਆਲ ਆਇਆ, ਆਪਣੀ ਗੱਡੀ ਦਾ ਖਿਆਲ ਆਇਆ। ਨਹੀਂ, ਉਹ ਇਸ ਤਰ੍ਹਾਂ ਹਰਗਿਜ਼ ਨਹੀਂ ਕਰੇਗਾ। ਪਰ ਫਿਰ ਉਸ ਨੂੰ ਅੱਖਾਂ ਮੂਹਰੇ ਗੀਤਾ ਦਿਸਣ ਲੱਗੀ, ਜਿਸ ਦੀ ਖਾਤਰ ਉਹ ਇਤਨੀ ਦੂਰ ਤੋਂ ਆਇਆ ਹੈ। ਇਸ ਤਰ੍ਹਾਂ ਦਿਲਰਾਜ ਬਣ ਕੇ ਤਾਂ ਉਹ ਗੀਤਾ ਨੂੰ ਕਦੇ ਵੀ ਨਹੀਂ ਮਿਲ ਸਕਦਾ। ਹਾਂ, ਸਾਧਾਂ ਵਾਲੇ ਕੱਪੜੇ ਪਾ ਕੇ ਹੋ ਸਕਦਾ ਹੈ ਕਦੇ ਨਾ ਕਦੇ ਉਹ ਗੀਤਾ ਦੇ ਘਰ ਵੀ ਅੱਪੜ ਸਕਦਾ ਹੈ। ਫਿਰ ਉਸ ਨੂੰ ਖਿਆਲ ਆਇਆ ਪੰਜਾਬ ਦੇ ਸਭ ਤੋਂ ਵੱਡੇ ਆਸ਼ਿਕ ਢੀਡੋ ਰਾਂਝੇ ਦਾ। ਰਾਂਝੇ ਨੇ ਵੀ ਤਾਂ ਆਪਣੀ ਹੀਰ ਦੀ ਖਾਤਰ ਕੰਨ ਪੜਵਾ ਕੇ ਜੋਗ ਲਿਆ ਸੀ। ਇੱਥੇ ਕੰਨ ਤਾਂ ਨਹੀਂ ਪੜਾਉਣੇ ਪੈਣਗੇ। ਇਹ ਸੋਚ ਕੇ ਉਸਨੇ ਬਾਬੇ ਨੂੰ ਹਾਂ ਕਰ ਦਿੱਤੀ। ਬਾਬੇ ਨੇ ਅਲਮਾਰੀ ਵਿੱਚੋਂ ਕੁਝ ਭਗਵੀਆਂ ਚਾਦਰਾਂ ਕੱਢ ਲਈਆਂ। ਦਿਲਰਾਜ ਦੇ ਕੱਪੜੇ ਉਤਾਰ ਇਹ ਚਾਦਰਾਂ ਉਸ ਦੇ ਕੱਪੜਿਆਂ ਵਾਂਗੂ ਪਾ ਦਿੱਤੀਆਂ ਗਈਆਂ। ਸਿਰ ਦੇ ਵਾਲ ਪਹਿਲਾਂ ਹੀ ਵੱਡੇ ਹੋ ਗਏ ਸਨ ਅਤੇ ਦਾੜੀ ਵੀ 2-2 ਇੰਚ ਵਧੀ ਹੋਈ ਸੀ। ਪੂਰਾ ਤਿਆਰ ਹੋ ਕੇ ਉਹ ਸੱਚਮੁੱਚ ਦਾ ਕੋਈ ਰੋਹਬਦਾਰ ਸੰਤ ਲੱਗਣ ਲੱਗਾ ਸੀ। ਇੱਕ ਮੋਢੇ ਪੋਟਲੀ ਲਮਕਾ ਅਤੇ ਹੱਥ ਵਿੱਚ ਚਿਮਟਾ ਫੜ ਉਹ ਗੀਤਾ ਦੇ ਪਿੰਡ ਵੱਲ ਦੁਪਹਿਰ ਨੂੰ ਹੀ ਤੁਰ ਪਿਆ। ਬਾਬੇ ਦੀ ਸਿਹਤ ਠੀਕ ਨਾ ਹੋਣ ਕਰਕੇ ਅਤੇ ਕੱਲ੍ਹ ਦਾ ਜ਼ਿਆਦਾ ਥਕੇਵਾਂ ਹੋਣ ਕਰਕੇ ਉਹ ਨਾ ਗਿਆ। ਸਰੀਰ ਸਿਆਣਾ ਸੀ ਜੋ ਬਹੁਤਾ ਸਾਥ ਨਹੀਂ ਦੇ ਰਿਹਾ ਸੀ, ਪਰ ਮਨੋਬਲ ਅਤੇ ਰੂਹਾਨੀਅਤ ਬਹੁਤ ਜ਼ਿਆਦਾ ਸੀ। ਇਸੇ ਲਈ ਆਸ-ਪਾਸ ਹੀ ਨਹੀਂ ਬਲਕਿ ਦੂਰ ਦੁਰਾਡੇ ਦੇ ਪਿੰਡਾਂ ਵਿੱਚ ਵੀ ਬਾਬੇ ਦੀ ਕਾਫੀ ਮਨੌਤ ਸੀ। ਦਿਲਰਾਜ ਆਪਣੇ ਆਪ ਨੂੰ ਰਾਂਝਾ ਜੋਗੀ ਬਣਿਆ ਮਹਿਸੂਸ ਕਰ ਰਿਹਾ ਸੀ। ਉਸ ਦੀ ਆਵਾਜ਼ ਤਾਂ ਪਹਿਲਾਂ ਹੀ ਮਧੁਰ ਸੀ ਅਤੇ ਉਹ ਕੁਝ ਧਾਰਮਿਕ ਸਤਰਾਂ ਉੱਚੀ ਗਾਉਣ ਲੱਗਾ ਜੋ ਉਸ ਨੇ ਆਪਣੇ ਪਿੰਡ ਵਿੱਚ ਮੂੰਹ ਹਨੇਰੇ ਘੁੰਮਦੇ ਸਾਧਾਂ ਤੋਂ ਸਿੱਖੀਆਂ ਸਨ। ਗੀਤਾ ਦੇ ਘਰ ਕੋਲ ਗਿਆ, ਪਰ ਉਸ ਦੀ ਆਵਾਜ਼ ਉੱਚੀਆਂ ਦੀਵਾਰਾਂ ਵਿੱਚ ਟਕਰਾ ਕੇ ਦਮ ਤੋੜ ਗਈ। ਸਿਕਿਉਰਿਟੀ ਨੇ ਉਸ ਨੂੰ ਅੱਗੇ ਨਾ ਜਾਣ ਦਿੱਤਾ। ਉਹ ਪਿੰਡ ਵਿੱਚ ਘੁੰਮਦਾ ਰਿਹਾ। ਜਿਨ੍ਹਾਂ ਲੋਕਾਂ ਨੇ ਕੱਲ੍ਹ ਬਾਬੇ ਨਾਲ ਦਿਲਰਾਜ ਨੂੰ ਦੇਖਿਆ ਸੀ, ਉਹਨਾਂ ਬੜਾ ਸਤਿਕਾਰ ਕੀਤਾ, ਖਾਣਾ ਵੀ ਖਵਾਇਆ ਅਤੇ ਸੇਵਾ ਵੀ ਕੀਤੀ। ਕਈ ਲੋਕ ਉਸ ਦੇ ਮਧੁਰ ਬੋਲਾਂ ਨਾਲ ਕੀਲੇ ਜਾ ਰਹੇ ਸਨ। ਕਹਾਣੀ ਦਾ ਬਾਕੀ ਹਿੱਸਾ ਅਗਲੇ ਐਪੀਸੋਡ ਦੇ ਵਿੱਚ।